ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਹੋ ਬਾਰ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਡਾਇਆ। ਭੁਲੇ ਚੁਕੇ ਬਾਰਿਕ, ਤੂੰ ਹਰ ਪਿਤਾ ਮਾਇਆ। ਚਵਰ ਛਤਰ ਤਖਤ ਮਾਲਿਕ, ਅੰਤਰਜਾਮੀ ਲੋਕ ਪਰਲੋਕ ਦੇ ਸਹਾਈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਆਓ ਸਾਰੀ ਸੰਗਤ ਲਵਾਓ ਹਾਜ਼ਰੀਆਂ, ਬੜੇ ਪਿਆਰ ਭਾਵਨਾ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਧੰਤਾ ਦੇ ਜੋਗ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਵਾਸਾਂ ਨੂੰ ਸਫਲਾ ਬਣਾਇਆ ਹੈ। ਆਓ ਗੁਰੂ ਰੂਪ ਗੁਰੂ ਖਾਲਸਾ ਜੀ, ਜਿਵੇਂ ਪਿਛਲੇ ਦਿਨਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ, ਜੋ ਜਪਜੀ ਸਾਹਿਬ ਦੀ ਆਰੰਭਤਾ ਹੋਈ ਤੇ 4 ਪੌੜੀਆਂ ਦਾ ਪਾਵਨ ਪਾਠ ਤੇ ਨਾਲ ਪਾਵਨ ਵਿਚਾਰ ਆਪ ਜੀ ਨੇ ਬੜੇ ਪਿਆਰ ਭਾਵਨਾ ਸਹਿਤ ਸਰਵਣ ਕੀਤੀ ਹੈ। ਆਓ ਜੋ ਅੱਜ ਦੀ ਪਾਵਨ ਪੌੜੀ ਹੈ, ਜਿਵੇਂ 4 ਪੌੜੀਆਂ ਸਤਿਗੁਰਾਂ ਨੇ ਸੁਣਨ ਦਾ ਮਹੱਤਵ ਦੱਸਿਆ ਕਿ ਜਿਹੜਾ ਜੀਵ ਮਨ ਕਰਕੇ, ਸੁਰਤ ਕਰਕੇ, ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਨੂੰ ਇਹ ਸਾਰੀਆਂ ਚੀਜ਼ਾਂ ਸਤਿਗੁਰ ਕਹਿੰਦੇ ਪ੍ਰਾਪਤ ਹੋ ਜਾਂਦੀਆਂ ਹਨ। ਇਹ ਸਾਰੀ ਜੋ ਵਿਚਾਰ ਹੈ, ਗੁਰੂ ਰੂਪ ਗੁਰੂ ਖਾਲਸਾ ਜੀ 4 ਪੌੜੀਆਂ ਦਾ ਸੁਣਨ ਦਾ ਜੋ ਮਹੱਤਵ ਹੈ, ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਆਓ ਜੋ ਅੱਜ ਦੀ ਪਾਵਨ ਪੌੜੀ ਦੀ ਆਰੰਭਤਾ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ। ਅੱਜ ਦੀ ਪਾਵਨ ਪੌੜੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੀ ਮਨੁੱਖ ਪਰਮੇਸ਼ਰ ਦੀ ਗੱਲ ਨੂੰ ਮੰਨ ਲੈਂਦੇ ਆ, ਉਹਨਾਂ ਦੀ ਵਡਿਆਈ ਸਾਰੀ ਗੱਲ ਸਤਿਗੁਰਾਂ ਨੇ ਪਹਿਲੀ ਪੌੜੀ ਵਿੱਚ ਕੀਤੀ ਹੈ। ਅਖੀਰਲੀਆਂ 3 ਪੌੜੀਆਂ ਜਿਹੜੀਆਂ ਮੰਨੇ ਦੀਆਂ ਨੇ, ਉਹਦੇ ਵਿੱਚ ਮਹਾਰਾਜ ਮੰਨਣ ਵਾਲਿਆਂ ਨੂੰ ਕੀ ਸੁੱਖ ਮਿਲਦਾ ਹੈ, ਇਹ ਸਾਰਾ ਕੁਝ ਮਹਾਰਾਜ ਨੇ ਅਗਲੀ 3 ਪੌੜੀਆਂ ਵਿੱਚ ਗੁਰੂ ਪਿਆਰਿਓ ਦੱਸਣਾ ਕੀਤਾ ਹੈ। ਆਓ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੀ ਪਾਵਨ ਪੌੜੀ 12ਵੀਂ ਪੌੜੀ ਵਿੱਚ ਮੰਨੇ ਕੀ ਗਤ ਕਹੀ ਨਾ ਜਾਏ,
ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸਤਿਗੁਰੂ ਕਿਵੇਂ ਇਸ ਪੌੜੀ ਦੀ ਆਰੰਭਤਾ ਨਾਲ ਕਿਵੇਂ ਵਿਚਾਰ ਦੱਸਦੇ ਹਨ। ਆਓ ਗੁਰੂ ਪਿਆਰਿਓ ਦਿਓ ਅਸੀਸਾਂ, ਆਖੋ ਸਤਨਾਮ ਸਤਨਾਮ। ਮੰਨੇ ਕੀ ਗਤ ਕਹੀ ਨਾ ਜਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਣਨ ਤੋਂ ਬਾਅਦ ਜੋ ਮੰਨਣ ਦਾ ਮਹੱਤਵ ਹੈ ਕਿ ਜਿਸ ਨੇ ਮੰਨ ਲਿਆ ਕਿ ਪ੍ਰਮਾਤਮਾ ਵਾਹਿਗੁਰੂ ਸਾਰੀਆਂ ਥਾਵਾਂ ਤੋਂ ਹਾਜ਼ਰ ਨਾਜ਼ਰ ਹੈ। ਗੁਰੂ ਪਿਆਰਿਓ ਜਿਸ ਨੇ ਮੰਨ ਲਿਆ ਪਰਮੇਸ਼ਰ ਵਾਹਿਗੁਰੂ ਹੈ, ਉਹ ਮਨੁੱਖ ਕਿੰਨਾ ਕੁ ਮਹਾਨ ਹੈ, ਇਹਦੇ ਬਾਬਤ ਸਤਿਗੁਰੂ ਪੌੜੀ ਵਿੱਚ ਦੱਸਦੇ ਆ। ਜਿਸ ਦਾ ਨਾਮ ਨਿਰੰਜਨ ਸਤਿਗੁਰ ਨੇ ਇਹਦੇ ਵਿੱਚ ਜ਼ਿਕਰ ਕੀਤਾ ਹੈ। ਸਤਿਗੁਰ ਕਹਿੰਦੇ ਨੇ ਇਹ 3 ਪੌੜੀਆਂ ਦੀਆਂ ਅਗਲੀਆਂ ਅਵਸਥਾਵਾਂ, ਤੇ ਇਸ ਪੌੜੀ ਵਿੱਚ ਮਹਾਰਾਜ ਕਿਰਪਾ ਕਰਦੇ ਐ। ਮੈਂ ਬੇਨਤੀ ਕਰਾਂ, ਮਨ ਨੂੰ ਗੁਰੂ ਦਾ ਹੁਕਮ ਜਿਹੜਾ ਮਨਾਉਣਾ ਹੈ, ਮਜਬੂਰ ਕਰਨਾ ਹੈ ਮਨ ਨੂੰ, ਕਿਉਂਕਿ ਮਨ ਜਿਹੜਾ ਹੈ ਉਹ ਮਤ ਨੂੰ ਵੀ ਪਿੱਛੇ ਲਗਾ ਕਰਕੇ ਬੈਠਿਆ ਹੋਇਆ ਹੈ। ਸਤਿਗੁਰ ਕਹਿੰਦੇ ਭਾਈ ਜਿਹੜਾ ਮਨ ਹੈ ਨਾ ਉਹਨੂੰ ਮਜਬੂਰ ਕਰਨਾ ਹੈ। ਉਹ ਵੀ ਮਜਬੂਰ ਕਿਸ ਤਰ੍ਹਾਂ? ਸ਼ਬਦ ਨਾਲ। ਜੇ ਅਸੀਂ ਆਪਣੇ ਵੱਲੋਂ ਮਜਬੂਰ ਕਰਾਂਗੇ ਤੇ ਮਜਬੂਰ ਨਹੀਂ ਹੋਣਾ। ਇਹ ਬੜਾ ਚਲਾਕ ਹੈ। ਜਿਹਦੇ ਬਾਬਤ ਗੁਰੂ ਅਮਰਦਾਸ ਕਹਿੰਦੇ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਸਤਿਗੁਰ ਨੇ ਵਾਰ-ਵਾਰ ਮਨ ਦੀ ਗੱਲ ਕੀਤੀ ਹੈ ਕਿ ਮਨ ਜਿਹੜਾ ਵਸ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਪਹਿਲੀ ਪੌੜੀ ਵਿੱਚ ਕਿ ਮਨ ਨੂੰ ਗੁਰੂ ਦਾ ਹੁਕਮ ਕਿਵੇਂ ਮਨਾਉਣਾ, ਜਿਵੇਂ ਅਗਲੀ ਪੌੜੀ ਆਏਗੀ ਕੱਲ ਦੀ। ਪਹਿਲੀ ਪੌੜੀ ਵਿੱਚ ਮਹਾਰਾਜ ਕਿਰਪਾ ਕਰਦੇ ਐ ਕਿ ਮਨ ਨੂੰ ਗੁਰੂ ਦਾ ਹੁਕਮ ਕਿਵੇਂ ਮਨਾਉਣਾ, ਮਜਬੂਰ ਕਰਨਾ। ਦੂਜੀ ਵਿੱਚ ਮਹਾਰਾਜ ਕਹਿੰਦੇ ਫਿਰ ਜਦੋਂ ਬੰਦਾ ਮਜਬੂਰ ਕਰਕੇ ਮਨ ਨੂੰ ਖਿੱਚ ਲੈਂਦਾ, ਫਿਰ ਦੂਜੀ ਪੌੜੀ ਵਿੱਚ ਕਹਿੰਦੇ ਫਿਰ ਮਨ ਨੂੰ ਮਜਬੂਰ ਨਹੀਂ ਕਰਨਾ ਪੈਂਦਾ, ਮਨ ਗੁਰੂ ਦੇ ਨਾਲ ਤੁਰ ਪੈਂਦਾ। ਇਹ 4 ਪੌੜੀਆਂ ਨੇ ਨਾ ਮੰਨਣ ਦੀਆਂ। ਦੂਜੀ ਵਿੱਚ ਮਹਾਰਾਜ ਕਹਿੰਦੇ ਜਦੋਂ ਪਹਿਲੀ ਵਿੱਚ ਤੂੰ ਗੁਰੂ ਦੇ ਹੁਕਮ ਨੂੰ ਮਨਾਉਣ ਲਈ ਮਨ ਨੂੰ ਮਜਬੂਰ ਕਰੇਗਾ, ਦੂਜੀ ਪੌੜੀ ਵਿੱਚ ਇਹ ਮਨ ਗੁਰੂ ਦੀ ਮਤ ਮਗਰ ਗੁਰੂ ਦੇ ਹੁਕਮ ਤੇ ਚੱਲ ਪਵੇਗਾ। ਤੀਜੀ ਪੌੜੀ ਵਿੱਚ ਮਹਾਰਾਜ ਕਹਿੰਦੇ ਫਿਰ ਮਨੁੱਖ ਅਕਾਲ ਪੁਰਖ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਮਿਲਾ ਦੇਵੇਗਾ। ਅੱਜ ਮਨੁੱਖ ਆਪਣੀ ਮਰਜ਼ੀ ਕਰਦਾ ਹੈ, ਪਰਮਾਤਮਾ ਦੇ ਦੱਸੇ ਹੋਏ ਜੋ ਜੀਵਨ ਦੀ ਸਚਾਈਆਂ ਨੇ ਉਸ ਤੇ ਚੱਲਦਾ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਭਾਈ ਕਿ ਮਨ ਨੂੰ ਪਰਮਾਤਮਾ ਦੇ ਭਾਣੇ ਵਿੱਚ ਕਿਵੇਂ ਆਏਗਾ, ਕਿਵੇਂ ਸਾਰੇ ਦੁੱਖ ਜਿਹੜੇ ਨੇ ਮਿਟਣਗੇ, ਉਹਨਾਂ ਦੇ ਬਾਬਤ ਸਤਿਗੁਰ ਕਿਰਪਾ ਕਰਦੇ ਹਨ। ਜਿਨ੍ਹਾਂ ਨੇ ਭਾਈ ਹੁਕਮ ਮੰਨ ਲਿਆ ਨਾ, ਬਹੁਤ ਔਖਾ ਹੁਕਮ ਮੰਨਣਾ, ਬਹੁਤ ਔਖਾ ਗੁਰੂ ਕੀ ਰਜ਼ਾ ਵਿੱਚ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਰ ਜਿਨ੍ਹਾਂ ਨੇ ਇਹ ਕਿਰਪਾ ਕਰ ਦਿੱਤੀ, ਜਿਨ੍ਹਾਂ ਉੱਤੇ ਸਤਿਗੁਰ ਨੇ ਇਹ ਰਹਿਮਤ ਕਰ ਦਿੱਤੀ, ਜਿਨ੍ਹਾਂ ਨੇ ਇਹ ਹੁਕਮ ਮੰਨ ਲਿਆ ਗੁਰੂ ਪਿਆਰਿਓ, ਉਹਨਾਂ ਦੀ ਜਿਹੜੀ ਵਡਿਆਈ ਹੈ, ਗੱਤ ਹੈ, ਸਤਿਗੁਰ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ। ਉਹਨਾਂ ਦੀ ਜਿਹੜੀ ਗੱਤ ਹੈ, ਮਹਿਮਾ ਹੈ ਸਾਧ ਸੰਗਤ ਜੀ, ਕਹੀ ਨਹੀਂ ਜਾ ਸਕਦੀ। ਨਾਮ ਵਿੱਚ ਕਿੰਨੀ ਕੁ ਲਗਨ ਹੈ, ਇਹਦੇ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ। ਸਤਿਗੁਰ ਕਹਿੰਦੇ ਗੱਤ ਜਿਹੜੀ ਹੈ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਉਹਨਾਂ ਦੀ ਜਿਹੜੀ ਅੱਖ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਇੱਕ ਆਮ ਮਨੁੱਖ ਦੀ ਅੱਖ ਹੈ, ਉਹ ਤੇ ਕੇਵਲ ਸਾਹਮਣੇ ਪਏ ਵਸਤੂ ਨੂੰ ਦੇਖ ਸਕਦੀ ਹੈ ਕਿ ਇਹ ਸਮਾਨ ਇੱਥੇ ਪਿਆ, ਉਹ ਸਮਾਨ ਉੱਥੇ ਪਿਆ। ਪਰ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ, ਪ੍ਰਮਾਤਮਾ ਦੇ ਹੁਕਮ ਵਿੱਚ ਚੱਲ ਪੈਂਦੇ ਗੁਰੂ ਪਿਆਰਿਓ, ਉਹਨਾਂ ਦੀ ਅੱਖ ਦੀ ਜਿਹੜੀ ਗਤੀ ਹੈ ਉਹ ਕੋਈ ਮਾਪ ਨਹੀਂ ਸਕਦਾ। ਉਹ ਸਾਰੇ ਖੰਡਾਂ ਨੂੰ, ਸਾਰੇ ਬ੍ਰਹਿਮੰਡਾਂ ਨੂੰ ਅੰਦਰੋਂ ਅੰਦਰੀ ਦੇਖ ਸਕਦੇ ਹਨ। ਐਸੀ ਨਾਮ ਦੀ ਵਡਿਆਈ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ। ਪਰ ਇੱਥੇ ਇਹ 4 ਪੌੜੀਆਂ ਦੇ ਵਿੱਚ ਇੱਕ ਸ਼ਰਤ ਹੈ, ਮਹਾਰਾਜ ਨੇ ਸ਼ਰਤ ਲਗਾਈ ਹੈ। ਜਿਵੇਂ ਅਸੀਂ ਸ਼ਬਦ ਪੜ੍ਹਦੇ ਨੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਇੱਕ ਸ਼ਬਦ ਆਉਂਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ। ਇੱਥੇ ਸ਼ਰਤ ਲੱਗੀ ਹੈ, ਜੇ ਸਤਿਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਉਸ ਮਨੁੱਖ ਨੂੰ ਮਿਲ ਜਾਣਗੀਆਂ, ਪਰ ਸ਼ਰਤ ਇਹ ਹੈ ਕਿ ਜੇ ਸਤਿਗੁਰ ਨਦਰ ਕਰੇ। ਹੁਣ ਗੱਲ ਨੂੰ ਸਮਝਿਓ, ਇਹ 4 ਪੌੜੀਆਂ ਦੇ ਵਿੱਚ ਵੀ ਇੱਕ ਸ਼ਰਤ ਮਹਾਰਾਜ ਨੇ ਲਗਾਈ ਹੋਈ ਹੈ। ਜਦੋਂ ਸਾਰੀ ਪੌੜੀ ਪੜਾਂਗੇ ਤੇ ਅਖੀਰ ਵਿੱਚ ਆਉਂਦਾ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੇ ਕੋ ਮਨ ਕਰਕੇ ਮੰਨ ਲਵੇ। ਅਸੀਂ ਮੰਨਦੇ ਨਹੀਂ,
ਕਿਉਂਕਿ ਜੇ ਗੁਰਦੁਆਰਾ ਸਾਹਿਬ ਬੈਠੇ ਆ ਤੇ ਤਾਂ ਥੋੜਾ ਜਿਹਾ ਡਰ ਹੈ, ਬਾਹਰ ਜਾ ਕੇ ਸਾਡਾ ਡਰ ਖਤਮ ਹੋ ਜਾਂਦਾ ਹੈ। ਫਿਰ ਉਹਦਾ ਮਤਲਬ ਇਹ ਨਿਕਲਦਾ ਕਿ ਅਸੀਂ ਪ੍ਰਮਾਤਮਾ ਨੂੰ ਬਾਹਰ ਸਮਝਦੇ ਨਹੀਂ, ਉਹ ਤੇ ਅੰਦਰ ਬੈਠਾ ਕੇਵਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਪਰ ਇਸ ਪਾਵਨ ਪੌੜੀ ਵਿੱਚ ਜੋ ਆਰੰਭਤਾ ਦੀ ਪੌੜੀ ਹੈ ਮੰਨਣ ਦੀ, 4 ਪੌੜੀਆਂ ਦਾ ਜੋ ਆਰੰਭਤਾ ਕੀਤੀ ਹੈ, ਪਰ ਭਾਈ ਉਹਨਾਂ ਦੀ ਅੱਖ ਜਿਹੜੀ ਹੈ, ਉਹਨਾਂ ਦੀ ਅੱਖ ਦੀ ਗਤੀ ਕਿੰਨੀ ਕੁ ਤੇਜ਼ ਚੱਲਦੀ ਹੈ, ਕਿੱਥੋਂ ਤੱਕ ਜਾ ਸਕਦੀ ਹੈ, ਇਹਦੇ ਬਾਰੇ ਕੋਈ ਬਿਆਨਤਾ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜੇ ਕੋਈ ਇਸ ਤਰ੍ਹਾਂ ਕਰੇਗਾ, ਸ਼ਰਤ ਲਗਾ ਦਿੱਤੀ, ਕੰਡੀਸ਼ਨ ਲਗਾ ਦਿੱਤੀ। ਦੇਖੋ ਅਸੀਂ ਕਈ ਵਾਰੀ ਬੜਾ ਮਨ ਵਿੱਚ ਆਪਣੇ ਆਪਣੇ ਭਰਮ ਪਾ ਕੇ ਬੈਠੇ ਹੋਏ ਹਾਂ। ਮਹਾਰਾਜ ਕਹਿੰਦੇ ਜੇ ਕੋਈ ਇਸ ਤਰ੍ਹਾਂ ਕਰੇਗਾ, ਉਹਦੀ ਭਾਈ ਜਿਹੜੀ ਮਹਿਮਾ ਹੈ, ਗਤੀ ਜਿਹੜੀ ਅੱਖਾਂ ਦੀ, ਉਹ ਬਿਆਨ ਨਹੀਂ ਕੋਈ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਜਿਵੇਂ 5 ਪਿਆਰਿਆਂ ਕੋਲੋਂ ਨਾਮ ਬਖਸ਼ਿਸ਼ ਕਰਾ ਦਿੰਦੇ, ਨਾਮ ਤੇ ਸਾਰੇ ਹੀ ਲੈਂਦੇ ਆ। ਤੁਸੀਂ ਸਾਰੇ ਅੰਮ੍ਰਿਤਧਾਰੀ ਬੈਠੇ ਹੋ, 5 ਪਿਆਰਿਆਂ ਨੇ ਸਾਨੂੰ ਨਾਮ ਵੀ ਬਖਸ਼ਿਆ, ਪਰ ਜਪਦੇ ਕਿੰਨੇ ਕਾ? ਆਖੋ ਸਤਨਾਮ। ਹੁਣ ਆਪਣੇ ਤੇ ਲਾਈਏ ਕਿ ਅਸੀਂ ਗੱਲ ਮੰਨਦੇ ਕਿੰਨੀ ਕਾ। ਮਹਾਰਾਜ ਦਾ ਬਚਨ, ਜੇ ਕੋ ਮਨ ਜਾਣੇ ਮਨ ਕੋਏ, ਜੇ ਮੰਨ ਲਵੇ ਕੋਈ, ਪਰ ਅਸੀਂ ਤੇ ਮੰਨਿਆ ਹੀ ਕਦੇ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਤੂੰ 5 ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ, ਅੰਮ੍ਰਿਤ ਛਕਣ ਲੱਗਿਆ 5 ਪਿਆਰਿਆਂ ਨੇ ਹੁਕਮ ਕੀਤਾ, ਸਿੱਖਾ ਸਵੇਰ ਉੱਠਦਿਆਂ, ਸੌਂਦਿਆਂ, ਬਹਿੰਦਿਆਂ, ਜਾਗਦਿਆਂ ਇਸ ਮੂਲ ਮੰਤਰ ਦਾ ਜਾਪ ਕਰੀ। ਕਹਿੰਦੇ ਆ ਨਾ 5 ਪਿਆਰੇ ਕਿ ਨਾਮ ਜਪਣਾ, ਮੂਲ ਮੰਤਰ ਦਾ, ਗੁਰ ਮੰਤਰ ਦਾ ਅਭਿਆਸ ਕਰਨਾ ਹੈ। ਹੁਣ ਅਸੀਂ ਕਿੱਥੇ ਕੁ ਖੜੇ ਆ, ਤੁਸੀਂ ਆਪੇ ਵਿਚਾਰ ਲਓ, ਕਿੰਨੇ ਕੁ ਜਪਦੇ ਆ, ਕਿੰਨੇ ਕੁ ਅਸੀਂ ਬਹਿ ਕੇ ਅੰਮ੍ਰਿਤ ਵੇਲੇ 10 ਮਿੰਟ 15 ਮਿੰਟ ਕਿੰਨੇ ਕੁ ਕਾਰ ਵਿਹਾਰ ਕਰਦੇ ਆ, ਕਿੰਨਾ ਕੁ ਅਸੀਂ ਜਪਦੇ ਆ। ਭਾਵ ਐਸਾ ਅਸੀਂ ਗੱਲ ਨਹੀਂ ਮੰਨਦੇ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਅਸੀਂ ਨਾਮ ਨਹੀਂ ਜਪਦੇ। ਇਸ ਪੌੜੀ ਵਿੱਚ ਸਤਿਗੁਰਾਂ ਨੇ ਗੁਰਮੁਖ ਜਨ, ਭਗਤ ਜਨ, ਹਰੀ ਜਨ, ਪਾਰ ਬ੍ਰਹਮ ਪਰਮੇਸ਼ਰ ਜੋ ਸਤਿਗੁਰ ਦੀ ਕਿਰਪਾ ਦੇ ਪਾਤਰ ਬਣ ਗਏ, ਬ੍ਰਹਮ ਗਿਆਨੀ, ਉਹਨਾਂ ਦੀ ਮਹਾਰਾਜ ਨੇ ਇੱਥੇ ਮਹਿਮਾ ਬਿਆਨ ਕੀਤੀ ਹੈ। ਗੁਰੂ ਪਿਆਰ ਵਾਲਿਓ, ਬਹੁਤ ਜ਼ਰੂਰੀ ਹੈ ਕਿ ਸਾਨੂੰ ਸਤਿਗੁਰੂ ਦਾ ਹੁਕਮ ਮੰਨਣਾ ਆ ਜਾਏ। ਅਸੀਂ ਅਰਦਾਸ ਕਰ ਸਕਦੇ ਹਾਂ, ਬੇਨਤੀਆਂ ਕਰ ਸਕਦੇ ਹਾਂ। ਸੱਚੇ ਪਾਤਸ਼ਾਹ ਜੀ ਇੱਕ ਉਦਾਹਰਣ ਬਖਸ਼ਿਸ਼ ਕਰਦੇ ਆ, ਸਾਨੂੰ ਤੇ ਗੁਰੂ ਪਿਆਰਿਓ ਕੋਈ ਬਹਾਨਾ ਚਾਹੀਦਾ ਹੈ, ਮਾੜਾ ਜਿਹਾ ਕਿਤੇ ਬਹਾਨਾ ਮਿਲੇ ਨਾ, ਅਸੀਂ ਤੇ ਗੁਰੂ ਨੂੰ ਛੱਡ ਦਿੰਦੇ ਆ। ਕਬੀਰ ਸਾਹਿਬ ਦਾ ਇੱਕ ਸ਼ਲੋਕ ਆਉਂਦਾ ਗੁਰੂ ਪਿਆਰਿਓ, ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲਿਆ ਸੰਤ, ਮਲਿਆਗਰ ਭਯੰਗਮ ਬੇੜਿਓ ਤਾਂ ਸੀਤਲਤਾ ਨਾ ਤਜੰਤ। ਪਰ ਉਹ ਗੱਲ ਸਾਡੇ ਤੇ ਨਹੀਂ ਲੱਗਦੀ, ਕਿਉਂਕਿ ਅਸੀਂ ਤਾਂ ਛੱਡ ਦਿੰਦੇ ਆ ਸਭ ਕੁਝ। ਮਾੜੀ ਜੀ ਕਿਤੇ ਸਰੀ ਢਿੱਲਾ ਮੱਠਾ ਗੁਰਦਾਰੇ ਨਹੀਂ ਆਉਣਾ, ਮਾੜਾ ਜਿਹਾ ਢਿੱਲਾ ਮੱਠਾ ਨਿਤਨੇਮ ਛੱਡ ਦਿੰਦੇ ਆ। ਸਿਮਰਨ ਤੇ ਅਸੀਂ ਬੜੀ ਦੂਰ ਦੀ ਗੱਲ ਹੈ, ਕਿੰਨਾ ਕੁ ਕਰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਕਬੀਰ ਸੰਤ ਨਾ ਛਾੜੈ ਸੰਤਈ, ਕਹਿੰਦੇ ਹਰੀ ਚਰਨਾਂ ਵਿੱਚ ਚਿੱਤ ਲਾਣ ਦੀ ਇਹ ਬਰਕਤ ਹੈ ਕਿ ਭਾਈ ਸੰਤ ਜਨ, ਬ੍ਰਹਮ ਗਿਆਨੀ, ਪਰਮੇਸ਼ਰ ਦੇ ਪਿਆਰੇ ਭਗਤ ਜਨ, ਗੁਰਮੁਖ ਜਨ, ਜਿਨ੍ਹਾਂ ਦਾ ਮਨ ਮੰਨ ਗਿਆ, ਜਿਨ੍ਹਾਂ ਨੇ ਆਪਣਾ ਮਨ ਪਰਮੇਸ਼ਰ ਨਾਲ ਜੋੜ ਦਿੱਤਾ, ਭਾਈ ਉਹਨਾਂ ਨੂੰ ਕਰੋੜਾਂ ਸੰਤ ਮਿਲ ਜਾਣ, ਕਰੋੜਾਂ ਬੰਦੇ ਉਹਨਾਂ ਨੂੰ ਹਟਾਉਣ ਵਾਲੇ ਮਿਲ ਜਾਣ, ਪਰ ਉਹ ਹਟਦੇ ਨਹੀਂ ਜੀ। ਆਖੋ ਸਤਨਾਮ। ਸਾਨੂੰ ਤੇ ਕੋਈ ਮਾੜੀ ਜੀ ਗੱਲ ਕਹਿ ਦੇ ਨਾ, ਅਸੀਂ ਕਹਿੰਦੇ ਹੱਡ ਪਰਾਂ ਕੀ ਕਰਨਾ ਇੱਥੇ ਆ ਕੇ। ਅਸੀਂ ਇੱਥੇ ਖੜੇ ਆ ਗੁਰੂ ਪਿਆਰਿਓ, ਕਿੰਨਾ ਕੁ ਪਿਆਰ ਹੈ ਸਾਰਿਆਂ ਨੂੰ ਹੀ ਪਤਾ ਹੈ। ਕਬੀਰ ਸਾਹਿਬ ਕਹਿੰਦੇ ਉਦਾਹਰਣ ਦਿੰਦੇ ਆ, ਕਹਿੰਦੇ ਜਿਵੇਂ ਜੰਗਲ ਵਿੱਚ ਚੰਦਨ ਦਾ ਦਰਖਤ ਹੈ, ਚੰਦਨ ਦਾ ਦਰਖਤ ਜਿਹੜਾ ਗੁਰੂ ਪਿਆਰਿਓ ਬਹੁਤ ਠੰਡਾ ਹੁੰਦਾ ਹੈ, ਤੇ ਜਿਹੜਾ ਸੱਪ ਹੈ ਉਹਦੇ ਅੰਦਰ ਜ਼ਹਿਰ ਪੈਦਾ ਹੋਣ ਕਰਕੇ ਗਰਮੀ ਬੜੀ ਹੋ ਜਾਂਦੀ ਹੈ। ਹੁਣ ਕਹਿੰਦੇ ਸੱਪ ਜਿਹੜਾ ਆਪਣੀ ਗਰਮੀ ਨੂੰ ਠੰਡਕ ਪਾਉਣ ਵਾਸਤੇ, ਗਰਮੀ ਨੂੰ ਖਤਮ ਕਰਨ ਵਾਸਤੇ ਚੰਦਨ ਤੇ ਆ ਕੇ ਲਿਪਟ ਜਾਂਦਾ ਹੈ। ਪਰ ਚੇਤੇ ਰੱਖਿਓ, ਕਬੀਰ ਸਾਹਿਬ ਉਦਾਹਰਣ ਦਿੰਦੇ ਆ ਕਿ ਜਿੰਨਾ ਮਰਜੀ ਉੱਥੇ ਸੱਪ ਲਿਪਟ ਜਾਣ ਚੰਦਨ ਤੇ, ਹਜ਼ਾਰਾਂ ਸੱਪ ਲਿਪਟ ਜਾਣ, ਜਿੰਨਾ ਮਰਜੀ ਗੁਰੂ ਪਿਆਰੇ ਉੱਥੇ ਆ ਕੇ ਰਹਿਣ, ਪਰ ਜਿਹੜਾ ਚੰਦਨ ਹੈ ਉਹ ਕਦੇ ਗੁਰੂ ਪਿਆਰੇ ਆਪਣੀ ਠੰਡਕ ਨਹੀਂ ਛੱਡਦਾ ਜੀ। ਆਖੋ ਸਤਨਾਮ। ਹੁਣ ਉਦਾਹਰਣ ਹੈ ਕਿ ਸਾਡਾ ਜੀਵਨ ਕਿੱਥੇ ਹੈ ਤੇ ਚੰਦਨ ਦਾ ਕਿੱਥੇ ਹੈ, ਗੁਰਮੁਖ ਜਨਾਂ ਦਾ ਜੀਵਨ ਕਿੱਥੇ ਹੈ। ਮੈਂ ਆਰੰਭਤਾ ਇਹ ਕੀਤੀ ਹੈ, ਮੰਨਣਾ ਬਹੁਤ ਔਖਾ ਹੈ। ਕਬੀਰ ਸਾਹਿਬ ਕਹਿੰਦੇ ਜਿਵੇਂ ਸੰਤ ਜਨ ਭਾਵੇਂ ਹਜ਼ਾਰਾਂ ਲੋਕ ਮਿਲ ਜਾਣ, ਮਨਾ ਕਰਨ ਭਗਤ ਕਬੀਰ ਸਾਹਿਬ ਨੂੰ ਬੜਿਆਂ ਨੇ ਕਿਹਾ ਕਿਹੜੇ ਪਾਸੇ ਲੱਗੇ ਹੋਏ ਹੋ। ਮਾਤਾ ਲੋਈ ਨੇ ਵੀ ਕਿਹਾ ਪੁੱਤਰ ਕਿਸ ਪਾਸੇ ਲੱਗਿਆ, ਕੰਮ ਕਰ।
ਕਿਉਂਕਿ ਕਬੀਰ ਸਾਹਿਬ ਨੇ ਛੱਡ ਦਿੱਤਾ ਸੀ ਸਭ ਕੁਝ। ਕਬੀਰ ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਸਭ ਕੰਮ ਛੱਡ ਦਿੱਤਾ ਸੀ, ਕੇਵਲ ਗੰਗਾ ਤੇ ਜਾ ਕੇ ਪਰਮਾਤਮਾ ਦੇ ਧਿਆਨ ਵਿੱਚ ਜੁੜਨਾ। ਮਾਂ ਲੋਈ ਹੈਰਾਨ ਹੁੰਦੀ ਹੈ, ਪੁੱਤਰ ਕਰਦਾ ਕੀ ਹੈ। ਗੁਰੂ ਪਿਆਰਿਓ, ਜਿੰਨਾ ਮਰਜੀ ਸੰਸਾਰਿਕ ਲੋਕ ਯਤਨ ਕਰਨ, ਉਹਨੂੰ ਪਰਮਾਤਮਾ ਤੋਂ ਦੂਰ ਕਰਨ, ਪਰ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਉਹ ਕਦੇ ਦੂਰ ਨਹੀਂ ਹੁੰਦੇ। ਜਿਵੇਂ ਚੰਦਨ ਆਪਣੀ ਖੁਸ਼ਬੂ ਨਹੀਂ ਛੱਡਦਾ, ਆਪਣਾ ਗੁਰੂ ਸੁਭਾਅ ਨਹੀਂ ਛੱਡਦਾ। ਹਜ਼ਾਰਾਂ ਸੱਪ ਆ ਕੇ ਲਿਪਟ ਜਾਣ, ਹਜ਼ਾਰਾਂ ਸੱਪ ਆ ਕੇ ਕਿੰਨਾ ਸਮਾਂ ਉੱਥੇ ਰਹਿਣ, ਪਰ ਜਿਹੜਾ ਅੰਦਰਲੀ ਠੰਡਕ ਹੈ ਗੁਰੂ ਪਿਆਰਿਓ, ਜਿਹੜਾ ਚੰਦਨ ਦਾ ਬੂਟਾ ਹੈ, ਸੱਪਾਂ ਦੇ ਨਾਲ ਘਿਰ ਜਾਂਦਾ ਪਰ ਆਪਣੀ ਠੰਡਕ ਨਹੀਂ ਤਿਆਗਦਾ। ਅਸੀਂ ਕਿੰਨੇ ਕੁ ਸਿੱਖ ਹਾਂ, ਮਾੜੀ ਜੀ ਗੱਲ ਹੋਈ ਕੋਈ ਅਸੀਂ ਸਭ ਕੁਝ ਛੱਡ ਦਿੰਦੇ ਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਗੁਰੂ ਸਾਹਿਬ ਨੂੰ ਮਿਲਣ ਜਾਣਾ, ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦਾ ਕਿ ਜਦੋਂ ਪ੍ਰਮਾਤਮਾ ਵਾਹਿਗੁਰੂ ਦੀ ਸੰਗਤ ਵਿੱਚ ਆਉਣਾ, ਨੀਵੇਂ ਹੋ ਕਰਕੇ, ਆਪਾ ਭਾਵ ਤਿਆਗ ਕਰਕੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਣਾ। ਤੇ ਜਿਹੜਾ ਭਾਈ ਬੇਨਤੀ ਕਰਾਂ, ਜਦੋਂ ਗੁਰੂ ਸਾਹਿਬ ਨੂੰ ਆਪਣਾ ਮੰਨ ਲੈਂਦਾ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਪਹਿਲਾਂ ਭਗਤ ਕਬੀਰ ਸਾਹਿਬ ਪਿੱਛੇ ਫਿਰਦੇ ਸੀ ਪ੍ਰਮਾਤਮਾ ਦੇ, ਪਰ ਸਮਾਂ ਐਸਾ ਆਇਆ, ਕਹਿੰਦੇ ਪਾਤਸ਼ਾਹ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਬਚਨ ਹੈ ਨਾ ਬਾਣੀ ਦਾ, ਪਾਤਸ਼ਾਹ ਲਾਗੋ ਹਰ ਫਿਰੈ। ਸਮਾਂ ਆ ਗਿਆ ਇੱਕ ਵੇਲੇ, ਭਗਤ ਕਬੀਰ ਸਾਹਿਬ ਕਹਿੰਦੇ ਸਮਾਂ ਸੀ ਕੋਈ ਕਿ ਮੈਂ ਪਰਮੇਸ਼ਰ ਦੇ ਪਿੱਛੇ ਭੱਜਦਾ ਸੀ, ਪਰ ਜਦੋਂ ਸਮਾਂ ਆਇਆ ਮੈਂ ਤੇ ਪਰਮੇਸ਼ਰ ਇੱਕ ਹੋ ਗਏ। ਕਹਿੰਦੇ ਸਮਾਂ ਆਇਆ, ਪ੍ਰਮਾਤਮਾ ਮੈਨੂੰ ਲੱਭਣ ਲੱਗ ਪਿਆ, ਮੇਰਾ ਮੈਨੂੰ ਪੁਕਾਰਨ ਲੱਗ ਪਿਆ। ਕਹਿਤ ਕਬੀਰ ਕਬੀਰ, ਪਾਤਸ਼ਾਹ ਲਾਗੋ ਹਰ ਫਿਰੈ। ਹਰੀ ਪਰਮੇਸ਼ਰ ਫਿਰ ਕਬੀਰ ਸਾਹਿਬ ਨੂੰ ਲੱਭਣ ਲੱਗ ਪਿਆ। ਗੁਰੂ ਪਿਆਰਿਓ, ਇਹ ਨਾਮ ਦੀ ਵਡਿਆਈ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੁੰਦਾ, ਵਾਰ-ਵਾਰ ਇਹ ਬਚਨ ਕਰਦੇ ਨੇ ਮਹਾਰਾਜ ਭਾਈ ਮਨੀ ਸਿੰਘ, ਬੜੇ ਗੁਰੂ ਪਿਆਰਿਓ, ਭਾਵ ਹਕੂਮਤ ਨੇ ਬੜਾ ਕੁਝ ਕਿਹਾ, ਭਾਈ ਸਾਹਿਬ ਸਭ ਕੁਝ ਛੱਡ ਦਿਓ, ਜੋ ਕਵਾਂਗੇ ਅਸੀਂ ਦਵਾਂਗੇ। ਭਾਈ ਤਾਰੂ ਸਿੰਘ 25 ਸਾਲ ਦੀ ਉਮਰ ਦੱਸੀ ਇਤਿਹਾਸਕਾਰਾਂ ਨੇ। ਹਕੂਮਤ ਨੇ ਗੁਰੂ ਪਿਆਰਿਓ ਬਚਨ ਕੀਤਾ ਸੀ, ਤਾਰੂ ਸਿੰਘ ਤੇਰੀ ਉਮਰ ਬੜੀ ਛੋਟੀ ਹੈ, ਜਵਾਨੀ ਮਾਨ ਤੂੰ ਜੋ ਚਾਹੀਦਾ ਸੀ ਦਵਾਂਗੇ ਤੈਨੂੰ, ਤੂੰ ਘਰ ਪਰਿਵਾਰ ਵਿੱਚ ਰਹਿ, ਜਵਾਨੀ ਨਾ ਤਿਆਗ, ਤੂੰ ਮਰਨਾ। ਪਰ ਗੁਰੂ ਪਿਆਰਿਓ, ਜਿਨ੍ਹਾਂ ਨੂੰ ਪਿਆਰ ਹੋ ਜਾਂਦਾ, ਜਿਹੜੇ ਮੰਨ ਲੈਂਦੇ ਆ, ਫਿਰ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਫਿਰ ਉਹ ਡਰਦੇ ਨਹੀਂ ਮਰਨਾ। ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਭਾਈ ਸਤੀ ਦਾਸ, ਭਾਈ ਮਤੀ ਦਾਸ ਜੀ। ਗੁਰੂ ਪਿਆਰਿਓ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਮਹਾਰਾਜ ਨੇ ਇਹ ਅੰਮ੍ਰਿਤ ਦੀ ਦਾਤ ਬਖਸ਼ੀ ਨਾ, ਤੇ ਮਹਾਰਾਜ ਤਖਤ ਤੇ ਜਾ ਕਰਕੇ ਦੀਵਾਨ ਸਜਾਇਆ, ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ। ਮਹਾਰਾਜ ਕਹਿੰਦੇ ਕਿ ਸਿਰ ਚਾਹੀਦਾ। ਅਬ ਮੰਨਣ ਦੀ ਗੱਲ ਆਰੰਭ ਤਾਂ ਮੈਂ ਤਾਂ ਕਰਨ ਲੱਗਾ ਕਿ ਆਉਣ ਵਾਲੀਆਂ ਪੌੜੀਆਂ ਵਿੱਚ ਸਾਨੂੰ ਸਮਝ ਆ ਜਾਏ। ਜਦੋਂ ਮਹਾਰਾਜ ਨੇ ਕਿਹਾ ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਭੇਟਾ, ਜਦੋਂ ਮਹਾਰਾਜ ਨੇ ਗੱਲ ਕਹੀ ਨਾ, ਸਾਰੇ ਡਰ ਗਏ, ਕੁਝ ਤੇ ਡਰ ਕੇ ਭੱਜ ਗਏ ਗੁਰੂ ਪਿਆਰੇ। ਕਿ ਮਹਾਰਾਜ ਨੂੰ ਕੀ ਹੋਇਆ, ਗੁਰੂ ਘਰ ਦੇ ਵਿੱਚ ਤੇ ਸਿਰ ਬਚਦਾ ਹੈ ਤੇ ਇਹ ਮਹਾਰਾਜ ਵੱਢਣ ਤੇ ਲੱਗੇ ਹੋਏ ਆ। ਤਵਾਰੀਖ ਵਿੱਚ ਆਉਂਦਾ ਬਹੁਤ ਭੱਜ ਗਏ ਸੀ। ਮਾਤਾ ਗੁਜਰ ਕੌਰ ਦੇ ਕੋਲ ਵੀ ਆਏ ਸੀ, ਮਾਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਿਰ ਵੱਢ ਰਹੇ ਨੇ, ਤੇ ਮਾਤਾ ਜੀ ਉੱਤੇ ਬੜੀ ਕਿਰਪਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕਹਿੰਦੇ ਨੇ, ਮਾਤਾ ਕਹਿੰਦੇ ਏਦਾਂ ਹੋ ਨਹੀਂ ਸਕਦਾ। ਪਰ ਜਦੋਂ ਜਿਨ੍ਹਾਂ ਨੇ ਗੱਲ ਕਹੀ ਸੀ, ਜਿਹੜੇ ਗੁਰੂ ਪਿਆਰਿਓ ਡਰ ਗਏ ਸੀ ਮੰਨਣ ਤੋਂ, ਕਹਿੰਦੇ ਜਦੋਂ ਮਾਤਾ ਜੀ ਨੂੰ ਨਾਲ ਲੈ ਕੇ ਗਏ, ਕੀ ਦੇਖਦੇ ਆ, ਜਿਨ੍ਹਾਂ ਦਾ ਸਿਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹਨਾਂ ਨੂੰ ਮੁੜ ਸੁਰਜੀਤ ਕਰ ਦਿੱਤਾ। ਆਖੋ ਸਤਨਾਮ। ਹੁਣ ਗੱਲ ਮੰਨਣ ਦੀ ਆਰੰਭਤਾ ਹੋਈ ਹੈ ਨਾ, ਮੰਨਣਾ ਕਿਵੇਂ ਆ। ਕਹਿੰਦੇ ਜਦੋਂ ਮਾਤਾ ਜੀ ਗਏ, ਪੁੱਛਦੇ ਆ, ਦੇਖਦੇ ਆ ਕਿੱਥੇ ਆ ਮਰੇ ਹੋਏ, ਕਿਉਂਕਿ ਇੱਕ ਸੀਸ ਮੰਗਿਆ ਤੇ ਮਹਾਰਾਜ ਨੇ ਸੀਸ ਧੜੋਂ ਜੁਦਾ ਕਰ ਦਿੱਤਾ। ਇਹ ਦੇਖ ਕੇ ਬਹੁਤ ਤਾਦਾਦ ਵਿੱਚ ਲੋਕ ਡਰ ਗਏ, ਛੁਪ ਗਏ। ਮਾਤਾ ਜੀ ਨੂੰ ਆ ਕੇ ਦੱਸਿਆ, ਮਾਤਾ ਜੀ ਕਹਿੰਦੇ ਹੋ ਨਹੀਂ ਸਕਦਾ, ਚਲੋ ਮੈਂ ਦੇਖਦੀ ਆ ਜਾ ਕੇ। ਜਦੋਂ ਦੇਖਿਆ ਗੁਰੂ ਪਿਆਰਿਓ, ਤੇ ਉੱਥੇ ਕੋਈ ਸੀਸ ਹੀ ਨਹੀਂ ਸੀ, ਧੜੋ ਜੁਦਾ, ਸਾਰੇ ਮੁੜ ਸੁਰਜੀਤ ਕਰ ਦਿੱਤੇ। ਹੈਰਾਨ ਹੋ ਗਏ। ਫਿਰ ਮਨ ਵਿੱਚ ਆਇਆ ਕਿ ਮਹਾਰਾਜ ਹੁਣ ਸੀਸ ਲੈ ਲਓ, ਕਿ ਹੁਣ ਜਿਹੜੇ ਭੱਜੇ ਸੀ ਉਹਨਾਂ ਦੇ ਮਨ ਵਿੱਚ ਆਇਆ ਸੀ ਦੇ ਹੀ ਦਿੰਦੇ। ਸੋ ਮਹਾਰਾਜ ਕਹਿੰਦੇ ਸਮਾਂ ਨਾ ਨਿਕਲ ਜਾਏ। ਗੁਰੂ ਦੀ ਗੱਲ ਜਿਹੜੀ ਹੈ ਮੰਨਣ ਵਿੱਚ ਇਹ ਸਾਰੀਆਂ ਹੀ ਵਡਿਆਈਆਂ ਨੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਰੰਭਤਾ ਕਰਦੇ ਆ ਪੌੜੀ ਦੀ, ਮੰਨੇ ਕੀ ਗਤ ਕਹੀ ਨਾ ਜਾਏ। ਸਤਿਗੁਰੂ ਕਹਿੰਦੇ ਜਿਹੜੇ ਹੁਕਮ ਨੂੰ ਮੰਨ ਲੈਂਦੇ, ਹੁਕਮ ਸਭ ਤੋਂ ਵੱਡਾ ਸਿਮਰਨ ਹੈ। ਮੈਂ ਬੇਨਤੀ ਕਰਾਂ, ਬਾਣੀ ਦਾ ਵਾਰ-ਵਾਰ ਵਚਨ ਆਇਆ ਕਿ ਸਭ ਤੋਂ ਵੱਡੀ ਭਗਤੀ ਜਿਹੜੀ ਹੈ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ, ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਗੁਰੂ ਪਿਆਰਿਓ। ਤੇ ਮਹਾਰਾਜ ਕਹਿੰਦੇ ਮੰਨੇ ਕੀ ਗਤ ਪੜੋ ਸਾਰੇ ਕਹੀ ਨਾ ਜਾਏ। ਉਹਦੀ ਜਿਹੜੀ ਮਹਿਮਾ ਹੈ, ਭਾਵ ਉਹਦੀ ਜਿਹੜੀ ਨਜ਼ਰ ਹੈ, ਨਜ਼ਰ ਵਿੱਚ ਜਿਹੜੀ ਸ਼ਕਤੀ ਹੈ ਗੁਰੂ ਪਿਆਰਿਓ, ਜਿਹੜਾ ਮੰਨ ਲੈਂਦਾ ਨਾ ਉਹਦੇ ਸਾਰੇ ਸਰੀਰ ਵਿੱਚ ਉਹ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ। ਮਹਾਰਾਜ ਕਹਿੰਦੇ ਉਹਦੀ ਜਿਹੜੀ ਨਜ਼ਰ ਦੀ ਸ਼ਕਤੀ ਹੈ, ਦੇਖਣ ਦੀ ਸ਼ਕਤੀ ਹੈ ਗੁਰੂ ਪਿਆਰਿਓ, ਉਹਦੀ ਸ਼ਕਤੀ ਦੀ ਕੋਈ ਬਿਆਨਤਾ ਨਹੀਂ ਕਰ ਸਕਦਾ। ਐਸੀ ਨਜ਼ਰ ਵਿੱਚ ਸ਼ਕਤੀ ਆ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਦੋਂ ਮੰਨਣ ਤੇ ਆ ਜਾਂਦਾ ਹੈ, ਫਿਰ ਸਤਿਗੁਰ ਕਹਿੰਦੇ ਉਹਦੀ ਰਸਨਾ ਵਿੱਚ ਐਸੀ ਸ਼ਕਤੀ ਆ ਜਾਂਦੀ ਹੈ, ਜੋ ਉਹ ਬੋਲਦਾ ਪੂਰਾ ਹੋ ਜਾਂਦਾ। ਅਸੀਂ ਕਈ ਵਾਰੀ ਦੇਖਦੇ ਹਾਂ ਨਾ ਕਿ ਮਹਾਪੁਰਸ਼ਾਂ ਦੇ ਮੁਖ ਤੋਂ ਜੋ ਬਚਨ ਹੋਏ ਉਹ ਪੂਰੇ ਹੋ ਗਏ। ਉਹਦਾ ਕਾਰਨ ਇਹ ਹੈ ਕਿ ਮਹਾਪੁਰਸ਼ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਨਹੀਂ ਕਰਦੇ, ਉਹ ਉਹਦੇ ਹੁਕਮ ਨੂੰ ਮੰਨ ਲੈਂਦੇ ਆ। ਜੋ ਕੁਝ ਉਹਨਾਂ ਦੇ ਜੀਵਨ ਵਿੱਚ ਹੁੰਦਾ ਉਹਨੂੰ ਸੱਤ ਕਰਕੇ ਮੰਨਦੇ ਆ। ਤੇ ਮਹਾਰਾਜ ਕਹਿੰਦੇ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ, ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਰਜ਼ਾ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ, ਤੇ ਕਹਿੰਦੇ ਉਹਦੀ ਰਸਨਾ ਵਿੱਚ ਐਸੀ ਸ਼ਕਤੀ ਆ ਜਾਂਦੀ ਹੈ, ਜੋ ਕੁਝ ਬੋਲਦਾ ਸੱਤ ਹੋਣ ਲੱਗ ਪੈਂਦਾ। ਪਹਿਲੀ ਗੱਲ ਅੱਖਾਂ ਵਿੱਚ ਸ਼ਕਤੀ ਆ ਜਾਂਦੀ ਹੈ। ਦੂਜੀ ਗੱਲ ਗੁਰੂ ਪਿਆਰੋ ਸਾਡੀ ਤੇ ਅਵਸਥਾ ਹੀ ਕੋਈ ਨਹੀਂ, ਅਸੀਂ ਤੇ ਅਜੇ ਧਰਮ ਦੇ ਮਾਰਗ ਤੇ ਤੁਰੇ ਵੀ ਨਹੀਂ। ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਸਮਝਾਂਗੇ ਕਿ ਪਹਿਰਾਵਾ ਪਾ ਲਿਆ, ਸਿੱਖੀ ਵਾਲਾ ਪਹਿਰਾਵਾ, ਤੇ ਅਸੀਂ ਸਿੱਖ ਬਣ ਗਏ, ਨਹੀਂ। ਮਹਾਰਾਜ ਕਹਿੰਦੇ ਫਿਰ ਪੌੜੀ ਵੀ ਨਹੀਂ ਤੁਰਿਆ। ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿਵੇਂ ਦੇਖਣ ਦੀ ਸ਼ਕਤੀ ਗੁਰੂ ਪਿਆਰਿਓ, ਰਸਨਾ ਦੀ ਸ਼ਕਤੀ, ਕੰਮ ਕਰਨ ਦੀ ਸ਼ਕਤੀ। ਹੁਣ ਮਨੁੱਖ ਜਿਵੇਂ ਗੁਰੂ ਪਿਆਰਿਓ ਇੱਕ ਕੰਮ ਕਰਦਾ, ਇਹ ਆਮ ਮਨੁੱਖ ਹੈ, ਪਰ ਜਿਹੜਾ ਪਰਮੇਸ਼ਰ ਨੂੰ ਮੰਨ ਲੈਂਦਾ ਉਹ ਹਜ਼ਾਰਾਂ ਥਾਵਾਂ ਤੇ ਜਾ ਕੇ ਹਜ਼ਾਰ ਕੰਮ ਮਿੰਟ ਸੈਕਿੰਡ ਵਿੱਚ ਕਰ ਸਕਦਾ। ਉਹਦੇ ਵਿੱਚ ਸ਼ਕਤੀ ਆ ਜਾਂਦੀ ਹੈ, ਭਾਵ ਉਹਦੀ ਕੰਮ ਕਰਨ ਦੀ ਸ਼ਕਤੀ ਗੁਰੂ ਪਿਆਰਿਓ ਉਹਦੇ ਵਿੱਚ ਆ ਜਾਂਦੀ ਹੈ। ਦੇਖੋ ਬਹੁਤ ਤਾਦਾਦ ਵਿੱਚ ਮਨੁੱਖਾ ਜਨਮ ਨੂੰ ਇਹ ਸੋਝੀ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਕੁਝ ਜੂਨਾਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸੋਝੀ ਆ ਜਾਂਦੀ ਹੈ। ਜਿਵੇਂ ਭਾਈ ਵੀਰ ਸਿੰਘ ਜੀ ਦੱਸਦੇ ਆ, ਆਪਣੀ ਕਵਿਤਾ ਵਿੱਚ ਲਿਖਦੇ ਆ, ਕਹਿੰਦੇ ਇੱਕ ਦਿਨ ਮੈਂ ਨਗਰ ਤੋਂ ਬਾਹਰ ਤੁਰਿਆ ਜਾ ਰਿਹਾ, ਕਹਿੰਦੇ ਇੱਕ ਕੁੱਤਾ ਜਿਹੜਾ ਉਹ ਸੂੰਘਦਾ ਬੜੇ ਦੂਰੋਂ ਆ ਰਿਹਾ। ਮੈਂ ਹੈਰਾਨ ਹੋ ਗਿਆ ਕਾਰਨ ਕੀ ਹੈ। ਪਰ ਜਿਹੜੇ ਕਵੀ ਹੁੰਦੇ ਨਾ ਹਰ ਇੱਕ ਨਾਲ ਗੱਲਾਂ ਕਰ ਲੈਂਦੇ ਆ। ਜਿਹੜਾ ਜਿਵੇਂ ਕੋਈ ਕਵੀ ਹੈ ਨਾ ਉਹ ਕੰਧ ਨਾਲ ਵੀ ਗੱਲਾਂ ਕਰ ਲੇਗਾ, ਉਹ ਕਿਸੇ ਜਾਨਵਰ ਵੀ ਨਾਲ ਗੱਲਾਂ ਕਰ ਲੇਗਾ। ਕਹਿੰਦੇ ਕਵੀ ਰਾਜ ਜੀ ਨੇ ਪੁੱਛਿਆ, ਵੀਰ ਸਿੰਘ ਨੇ ਪੁੱਛਿਆ, ਕੁੱਤਿਆ ਕਾਰਨ ਕੀ ਹੈ, ਤੂੰ ਇੰਨੀ ਦੂਰੋਂ ਸੂੰਘਦਾ ਆ ਰਿਹਾ? ਕਹਿੰਦੇ ਜਿਸ ਮਾਲਕ ਦਾ ਮੈਂ ਕੁੱਤਾ ਸੀ ਨਾ, ਉਹ ਮਾਲਕ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ, ਤਾਂ ਉਹ ਇਸ ਰਸਤੇ ਤੋਂ ਲਾਸਟ ਵਿੱਚ ਲੰਘਿਆ ਤੇ ਮੈਂ ਉਹਦੀ ਖੁਸ਼ਬੂ ਜਿਹੜੀ ਹੈ ਆਪਣੇ ਮਨ ਵਿੱਚ ਵਸਾਈ ਹੋਈ ਹੈ। ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਂ ਬੇਨਤੀ ਕਰਾਂ ਜਿਹੜੇ ਹੁਕਮ ਵਿੱਚ ਤੁਰਦੇ ਆ, ਗੁਰੂ ਦੀ ਰਜ਼ਾ ਵਿੱਚ ਤੁਰਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੰਦਾ ਤੇ ਤੁਰਦਾ ਹੀ ਨਹੀਂ ਗੁਰੂ ਪਿਆਰਿਓ, ਬਹੁਤ ਘੱਟ ਜੀਵ ਨੇ ਜਿਹੜੇ ਤੁਰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਦਇਆ ਸਿੰਘ, ਸਾਰੇ ਸਿੰਘ ਤੁਰੇ ਜਾਂਦੇ ਆ, ਮਹਾਰਾਜ ਦਾ ਘੋੜਾ ਰੁਕ ਗਿਆ। ਤੁਸੀਂ ਸੁਣਿਆ ਹੋਵੇਗਾ, ਵਾਚਿਆ ਹੋਵੇਗਾ, ਘੋੜਾ ਰੁਕ ਗਿਆ। ਮਹਾਰਾਜ ਦਾ ਬੜਾ ਯਤਨ ਕੀਤਾ, ਘੋੜਾ ਤੁਰੇ ਨਾ। ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਅੱਗੇ ਜਾ ਕੇ ਦੇਖਿਆ ਉਹ ਕਾਰਨ ਕੀ ਹੈ। ਕਹਿੰਦੇ ਜਦੋਂ ਦੇਖਿਆ ਮਹਾਰਾਜ ਅੱਗੇ ਤਮਾਕੂ ਦਾ ਖੇਤ, ਇਹ ਕਾਰਨ। ਮਹਾਰਾਜ ਨੇ ਪਿੱਛੇ ਮੋੜ ਲਿਆ, ਭਾਵ ਗੁਰੂ ਕੋਲ ਰਹਿੰਦੇ ਇਹ ਸ਼ਕਤੀ ਜਿਹੜੀ ਹੈ ਉਸ ਜਾਨਵਰ ਨੂੰ ਆ ਗਈ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਤਮਾਕੂ ਦੇ ਨੇੜੇ ਨਹੀਂ ਜਾਂਦੇ, ਅੱਗੇ ਤਮਾਕੂ ਦਾ ਖੇਤ ਹੈ। ਇਹ ਤੇ ਮਨੁੱਖ ਦੀ ਗੱਲ ਹੈ ਗੁਰੂ ਪਿਆਰਿਓ, ਇਹਨੂੰ ਤਾਂ ਸਾਰੀ ਸੋਝੀ ਆ ਜਾਣੀ ਚਾਹੀਦੀ ਹੈ, ਪਰ ਕਾਰਨ ਹੈ ਸੁਚੇਤ ਨਹੀਂ ਹੁੰਦਾ, ਕਿਸੇ ਕੰਮ ਵਿੱਚ ਵੀ ਸੁਚੇਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜੇ ਕੋਈ ਐਸੇ ਮਨੁੱਖ ਦੀ, ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਲਾਹੌਰ ਦੀ ਧਰਤੀ ਤੇ ਬੈਠੇ, ਮੈਂ ਉਸ ਤੋਂ ਪਹਿਲਾਂ ਇੱਕ ਹੋਰ ਆਪ ਜੀ ਨਾਲ ਵਿਚਾਰ ਕਰਦਾ, ਮੰਨਣਾ ਕਿੰਨਾ ਔਖਾ ਹੈ। ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਨੇੜੇ, ਤੇ ਮਹਾਰਾਜ ਨੇ ਕਿਹਾ ਪ੍ਰਿਥੀਆ ਜੀ ਤੁਸੀਂ ਲਾਹੌਰ ਚਲੇ ਜਾਓ, ਉੱਥੇ ਤੁਹਾਡੇ ਚਾਚੇ ਦਾ ਬੇਟੇ ਦਾ ਵਿਆਹ, ਉੱਥੇ ਤੁਸੀਂ ਕੰਮ ਕਰਨਾ। ਪ੍ਰਿਥੀਏ ਨੇ ਮਨਾ ਕਰ ਦਿੱਤਾ, ਮਹਾਰਾਜ ਮੈਂ ਨਹੀਂ ਜਾ ਸਕਦਾ, ਮੈਂ ਤਾਂ ਸਾਰਾ ਹੀ ਘਰ ਦਾ ਕੰਮ ਸੰਭਾਲਦਾ, ਮੇਰੇ ਤੋਂ ਬਿਨਾਂ ਤੇ ਗੁਰੂ ਘਰ ਚੱਲਣਾ ਹੀ ਨਹੀਂ, ਮੈਂ ਨਹੀਂ ਜਾਣਾ। ਦੂਜਾ ਬਚਨ ਕੀਤਾ ਮਹਾਦੇਵ ਨੂੰ, ਗੁਰੂ ਰਾਮਦਾਸ ਪਿਤਾ ਨੇ, ਪੁੱਤਰ ਤੁਸੀਂ ਚਲੇ ਜਾਓ।
ਦੇਖੋ ਜਿਨ੍ਹਾਂ ਨੇ ਮੰਨਿਆ, ਮੈਂ ਫਿਰ ਬੇਨਤੀ ਕਰਾਂ, ਜਿਨ੍ਹਾਂ ਨੇ ਮੰਨਿਆ ਉਹਨਾਂ ਨੂੰ ਵਡਿਆਈ ਮਿਲੀ ਹੈ। ਸਾਰਾ ਜੀਵਨ ਬਤੀਤ ਕਰ ਜੋ ਬਿਨਾਂ ਮੰਨਣ ਤੋਂ ਕੁਝ ਨਹੀਂ ਮਿਲਣਾ। ਪ੍ਰਿਥੀਏ ਨੂੰ ਕਿਹਾ ਪੁੱਤਰ ਜੀ ਤੁਸੀਂ ਚਲੇ ਜਾਓ ਲਾਹੌਰ, ਉੱਥੇ ਤੁਹਾਡੇ ਚਾਚੇ ਦੇ ਬੇਟੇ ਦਾ ਵਿਆਹ ਸਾਰਾ ਕਾਰਜ ਹੋਣਾ ਹੈ, ਤੁਸੀਂ ਸੰਭਾਲਣਾ ਕਰੋ। ਪ੍ਰਿਥੀਏ ਨੇ ਮਨਾ ਕਰ ਦਿੱਤਾ, ਮਹਾਰਾਜ ਮੈਂ ਨਹੀਂ ਜਾ ਸਕਦਾ। ਮਹਾਦੇਵ ਨੂੰ ਬਚਨ ਕੀਤੇ ਗੁਰੂ ਰਾਮਦਾਸ ਪਿਤਾ ਨੇ ਕਿ ਤੁਸੀਂ ਚਲੇ ਜਾਓ। ਕਹਿੰਦੇ ਮਹਾਰਾਜ ਮੈਂ ਇਹਨਾਂ ਕੰਮਾਂ ਤੋਂ ਬਾਹਰ ਹੈ, ਮੈਨੂੰ ਨਹੀਂ ਇਹ ਸੰਸਾਰਕ ਦੇ ਨਾਲ ਪਿਆਰ, ਮੈਂ ਨਹੀਂ ਜਾ ਸਕਦਾ। ਪਰ ਚੇਤੇ ਰੱਖਿਓ ਜਦੋਂ ਗੁਰੂ ਅਰਜਨ ਸਾਹਿਬ ਨੂੰ ਬਚਨ ਕੀਤੇ ਆ ਕਿ ਗੁਰੂ ਅਰਜਨ ਸਾਹਿਬ ਨੂੰ ਜਦੋਂ ਗੁਰੂ ਰਾਮਦਾਸ ਨੇ ਬਚਨ ਗਏ ਕਿ ਤੁਸੀਂ ਲਾਹੌਰ ਚਲੇ ਜਾਓ, ਸਾਰਾ ਵਿਆਹ ਕਰਨਾ, 7 ਬਚਨ ਜੀ ਮੰਨ ਲਈ ਗੱਲ, ਜੋ ਹੁਕਮ ਹੋਇਆ ਉਹ ਮੰਨ ਲਿਆ। ਤੇ ਦੂਜਾ ਬਚਨ ਮਹਾਰਾਜ ਨੇ ਕੀਤਾ ਸੀ ਜਦੋਂ ਤੱਕ ਬੁਲਾਈਏ ਨਾ ਤੁਸੀਂ ਆਉਣਾ ਨਹੀਂ। ਤੇ ਮਹਾਰਾਜ ਆ ਸਕਦੇ ਸੀ, ਮਰਜ਼ੀ ਹੈ, ਪਰ ਮਹਾਰਾਜ ਨੇ ਹੁਕਮ ਮੰਨਿਆ। ਠੀਕ ਹੈ 7 ਬਚਨ ਚਲੇ ਗਏ, ਸਾਰਾ ਕਾਰਜ ਨਿਭਾ ਲਿਆ। ਅਖੀਰਕਾਰ ਬੜਾ ਮਨ ਕਰਦਾ ਮਹਾਰਾਜ ਦੇ ਦੀਦਾਰ ਕਰਨ ਵਾਸਤੇ, ਸਤਿਗੁਰੂ ਦੇ ਦੀਦਾਰ ਕਰਾਂ, ਸਤਿਗੁਰੂ ਦੀ ਸੇਵਾ ਵਿੱਚ, ਪਰ ਗੁਰੂ ਪਿਆਰਿਓ ਹੁਕਮ ਸੀ ਆਉਣਾ ਨਹੀਂ। ਪਹਿਲੀ ਚਿੱਠੀ ਲਿਖੀ ਹੈ ਉਹ ਮਹਾਰਾਜ ਤੱਕ ਪਹੁੰਚੀ ਨਹੀਂ, ਉਹ ਵਿਚਕਾਰ ਰੁਕ ਗਈ। ਪ੍ਰਿਥੀਏ ਨੇ ਰੱਖ ਲਈ, ਦੂਜੀ ਵੀ ਰੱਖ ਲਈ, ਤੀਜੀ ਜਿਹੜੀ ਚਿੱਠੀ ਹੈ ਮਹਾਰਾਜ ਨੇ ਕਿਹਾ ਸੀ ਗੁਰੂ ਰਾਮਦਾਸ ਪਿਤਾ ਨੂੰ ਹੀ ਫੜਾਇਓ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਇਹ ਹੁਕਮ ਮੰਨਣ ਦੀ ਗੱਲ ਹੈ। ਅਖੀਰਕਾਰ ਸਮਾਂ ਆਇਆ, ਜਿਨ੍ਹਾਂ ਨੇ ਗੱਲ ਨਹੀਂ ਮੰਨੀ ਗੁਰੂ ਪਿਆਰੇ ਉਹਨਾਂ ਨੂੰ ਵਡਿਆਈ ਨਹੀਂ ਮਿਲੀ, ਤੇ ਜਿਨ੍ਹਾਂ ਨੂੰ ਵਡਿਆਈ ਮਿਲੀ ਉਹਨਾਂ ਨੇ ਹੁਕਮ ਮੰਨਿਆ। ਲਾਹੌਰ ਦੀ ਧਰਤੀ ਤੇ ਜਦੋਂ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ, ਸਾਈਂ ਮੀਆਂ ਮੀਰ ਆ ਕੇ ਦੇਖਦਾ ਹੈਰਾਨ ਹੋ ਜਾਂਦਾ ਹੈ। ਮਹਾਰਾਜ ਦੁਨੀਆ ਦੇ ਮਾਲਿਕ ਸਰਬ ਸ਼ਕਤੀਮਾਨ ਸੱਚੇ ਪਾਤਸ਼ਾਹ ਤੁਸੀਂ ਇਹ ਤਵੀ ਤੇ ਬੈਠੇ ਹੋ। ਤੇ ਮਹਾਰਾਜ ਨੇ ਇਹੀ ਬਚਨ ਕੀਤੇ ਸੀ, ਅਸੀਂ ਹਰ ਵਾਰੀ ਪੜ੍ਹਦੇ ਆਂ, ਸ਼ਹੀਦੀ ਦਿਹਾੜੇ ਤੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਅਸੀਂ ਕਿੱਥੇ ਖੜੇ ਆਂ, ਗੁਰੂ ਸਾਹਿਬ ਦਾ ਜੀਵਨ ਕਿੱਥੇ ਹੈ। ਮਹਾਰਾਜ ਨੇ ਹੁਕਮ ਮੰਨਿਆ, ਮੰਨ ਲਿਆ ਕਿ ਇਹ ਸਾਡੇ ਜੀਵਨ ਵਿੱਚ ਲਿਖਿਆ ਹੋਇਆ ਹੈ, ਇਹ ਸਾਡੇ ਮਹਾਰਾਜ ਕੀ ਨਹੀਂ ਕਰ ਸਕਦੇ ਸੀ। ਗੁਰੂ ਪਿਆਰਿਓ ਕੱਲਾ ਲਾਹੌਰ ਨਹੀਂ, ਮਹਾਰਾਜ ਤੇ ਸਾਰੀ ਦੁਨੀਆ ਨੂੰ ਖਤਮ ਕਰ ਸਕਦੇ ਸੀ, ਪਰ ਮਹਾਰਾਜ ਨੇ ਹੁਕਮ ਮੰਨਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਰੀਰ ਜਿਹੜੇ ਦੇ ਪਦਾਰਥ ਨੇ ਮਨੁੱਖ ਦੇਖ ਕੇ ਪਿਆਰ ਕਰਦਾ ਹੈ, ਪਰ ਨਾਮ ਜਿਹੜਾ ਪਿਆਰਿਓ ਇਹਦੀ ਅਵਸਥਾ ਹੋਰ ਹੈ। ਮਨੁੱਖ ਦੀ ਹਾਲਤ ਹੈ, ਪਹਿਲਾਂ ਪਦਾਰਥ ਨੂੰ ਦੇਖੇਗਾ, ਜਿਵੇਂ ਕਿਸੇ ਕੋਲ ਛੋਟੀ ਗੱਡੀ ਹੈ, ਵੱਡੀ ਗੱਡੀ ਦੇਖੇਗਾ ਉਹਦਾ ਮਨ ਲਾਲਚ ਆ ਜਾਏਗਾ ਕਿ ਕੁਝ ਸਮੇਂ ਬਾਅਦ ਇਹ ਗੱਡੀ ਮੈਨੂੰ ਚਾਹੀਦੀ ਹੈ। ਪਰ ਗੁਰੂ ਅਰਜਨ ਸਾਹਿਬ ਬਾਣੀ ਕਹਿੰਦੀ ਹੈ ਜਿਹੜਾ ਨਾਮ ਹੈ ਨਾ ਗੁਰੂ ਪਿਆਰਿਓ, ਇਹਨੂੰ ਪਹਿਲਾਂ ਸੁਣਨਾ ਪਵੇਗਾ। ਪਹਿਲਾਂ ਨਾਮ ਨੂੰ ਸੁਣੇਗਾ, ਫਿਰ ਨਾਮ ਨੂੰ ਜਪੇਗਾ, ਤੇ ਜਪਣ ਤੋਂ ਬਾਅਦ ਫਿਰ ਗੁਰੂ ਨਾਨਕ ਦੇ ਦੀਦਾਰ ਹੋਣਗੇ। ਤੀਜੀ ਅਵਸਥਾ ਹੈ, ਪਹਿਲਾਂ ਜਪਣਾ, ਸੁਣਨਾ, ਦੂਜਾ ਜਪਣਾ, ਤੇ ਤੀਜਾ ਫਿਰ ਪ੍ਰਮਾਤਮਾ ਦੇ ਦੀਦਾਰ ਹੋ ਜਾਣਾ। ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਨੇ ਹੁਕਮ ਮੰਨਿਆ ਤੇ ਵਡਿਆਈ ਮਿਲੀ। ਕਹਿੰਦੇ ਨੇ ਇੱਕ ਹੋਰ ਮੈਂ ਵਿਚਾਰ ਸਾਂਝੀ ਕਰਦਾ, ਮਹਾਰਾਜ ਦਾ ਬਚਨ ਕਹਿੰਦੇ ਜਿਹੜਾ ਇਹਨਾਂ ਗੁਰਮੁਖਾਂ ਦੀ ਮਹਿਮਾ ਬਿਆਨ ਕਰਦਾ ਉਹ ਮਨ ਵਿੱਚ ਫਿਰ ਪਛਤਾਵਾ ਹੀ ਕਰਦਾ, ਕਿਉਂਕਿ ਮਹਿਮਾ ਬਿਆਨ ਨਹੀਂ ਕਰ ਸਕਦਾ। ਕਿੱਥੋਂ ਤੱਕ ਉਹਨਾਂ ਦੀ ਮਹਿਮਾ ਕੌਣ ਬਿਆਨ ਕਰੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਉਹ ਤੇ ਕੇਵਲ ਬ੍ਰਹਮ ਗਿਆਨੀ ਜਾਣ ਸਕਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠੇ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ, ਜਦੋਂ ਮਹਾਰਾਜ ਉੱਥੇ ਬੈਠੇ ਵਾਹਿਗੁਰੂ ਜੀ, ਤੇ ਇੱਕ ਬਾਮਣ ਜਿਹੜਾ ਉੱਥੇ ਮੇਲਾ ਲੱਗਿਆ ਹੋਇਆ, ਬਾਮਣ ਦਾ ਇੱਕੋ ਇੱਕ ਪੁੱਤਰ ਤੇ ਚੜ੍ਹਾਈ ਕਰ ਗਿਆ। ਆ ਦੇਖਿਓ ਕਿੱਡਾ ਕੁ ਹੁਕਮ ਮੰਨਣਾ ਜ਼ਰੂਰੀ ਹੈ। ਚੜ੍ਹਾਈ ਕਰ ਗਿਆ ਤੇ ਮਹਾਰਾਜ ਕੋਲ ਲੈ ਆਇਆ, ਮਹਾਰਾਜ ਮੇਰਾ ਪੁੱਤਰ ਜਿਉਂਦਾ ਕਰ ਦਿਓ। ਹੁਣ ਗੁਰੂ ਹਰਿਰਾਏ ਸਾਹਿਬ ਦੇ ਕੋਲ ਹੋਰ ਵੀ ਸਿੱਖ ਪਤਵੰਤੇ ਬੈਠੇ ਜਿਹੜੇ ਮਹਾਰਾਜ ਨਾਲ ਸਦਾ ਹੀ ਰਹਿੰਦੇ ਆ। ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਮੇਰਾ ਪੁੱਤਰ ਜਿਉਂਦਾ ਕਰ ਦਿਓ। ਮਹਾਰਾਜ ਕਹਿੰਦੇ ਹੋ ਨਹੀਂ ਸਕਦਾ, ਵੀ ਇਹ ਸਾਡਾ ਕੰਮ ਨਹੀਂ ਹੈ ਨਾ, ਇਹ ਪ੍ਰਮਾਤਮਾ ਦਾ ਹੁਕਮ ਹੈ। ਇਹ ਪ੍ਰਮਾਤਮਾ ਦੇ ਹੁਕਮ ਵਿੱਚ ਚੜ੍ਹਾਈ ਕੀਤਾ ਹੈ, ਇਸ ਹੁਕਮ ਤੋਂ ਆਕੀ ਨਹੀਂ ਹੁੰਦੇ। ਪਰ ਜਿਹੜੇ ਮਹਾਰਾਜ ਦੇ ਨਾਲ ਰਹਿਣ ਵਾਲੇ ਸਿੰਘ ਸੀ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਦਿਆਲੂ ਹੋ, ਕਿਰਪਾ ਕਰੋ, ਇੱਕੋ ਇੱਕ ਪੁੱਤਰ ਹੈ ਬਾਮਣ ਦਾ, ਦੂਜੇ ਧਰਮ ਦਾ ਇਹ ਮਨੁੱਖ ਹੈ, ਕਿਰਪਾ ਕਰ ਦਿਓ ਮਹਾਰਾਜ। ਜਦੋਂ ਇਹ ਬਚਨ ਕੀਤੇ ਨਾ ਗੁਰੂ ਪਿਆਰਿਓ, ਤਵਾਰੀਖ ਵਿੱਚ ਆਉਂਦਾ, ਮਹਾਰਾਜ ਕਹਿੰਦੇ ਜੇ ਕੋਈ ਬਾਮਣ ਦਾ ਪੁੱਤਰ ਪਾਵ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ, ਮੁੜ ਇਹਨੂੰ ਭਾਈ ਜਗਾਉਣਾ ਚਾਹੁੰਦੇ ਹੋ, ਮੁੜ ਇਹਨੂੰ ਜੀਵਤ ਕਰਨਾ ਚਾਹੁੰਦੇ ਹੋ, ਫਿਰ ਕੋਈ ਸਰੀਰ ਤਿਆਗ ਦੇ। ਆਖੋ ਸਤਨਾਮ। ਗੁਰੂ ਹਰਿਰਾਏ ਸਾਹਿਬ ਬੋਲੇ ਆ, ਜੇ ਕੋਈ ਭਾਈ ਇਹਨੂੰ ਜਿਉਂਦਾ ਕਰਨਾ ਚਾਹੁੰਦਾ, ਫਿਰ ਜਿੰਨੇ ਬੈਠੇ ਹੋ ਨਾ ਤੁਸੀਂ ਸਾਰਿਆਂ ਵਿੱਚ ਕੋਈ ਸਰੀਰ ਤਿਆਗ ਦਿਓ।
ਬਚਨ ਬੜਾ ਕੀਮਤੀ ਹੈ। ਕਹਿੰਦੇ ਸन्नाटा ਛਾ ਗਿਆ, ਕੋਈ ਬੋਲਿਆ ਹੀ ਨਾ। ਕਵੀ ਰਾਜ ਲਿਖਦੇ ਆ, ਇੱਕ ਸਮਾਂ ਐਸਾ ਆਇਆ ਕਿ सन्नाटा ਛਾ ਗਿਆ, ਕੁਝ ਮਿੰਟ ਕੋਈ ਬੋਲਿਆ ਹੀ ਨਾ। ਦੂਜੀ ਵਾਰ ਫਿਰ ਗੁਰੂ ਹਰਿਰਾਏ ਸਾਹਿਬ ਬੋਲੇ ਕਿ ਜੇ ਕੋਈ ਇਹਨੂੰ ਜਿਉਂਦਾ ਕਰਨਾ ਚਾਹੁੰਦਾ ਉਹ ਆਪਣਾ ਸਰੀਰ ਛੱਡ ਦੇ, ਇਹ ਜਿੰਦਾ ਹੋ ਜਾਏਗਾ। ਦੂਜੀ ਵਾਰੀ ਫਿਰ ਕੋਈ ਨਾ ਬੋਲਿਆ। ਜਦੋਂ 2 ਵਾਰੀ ਕੋਈ ਨਾ ਬੋਲਿਆ ਨਾ ਗੁਰੂ ਪਿਆਰੋ, ਇਹ ਪਿਆਰ ਸਾਡੇ ਅੰਦਰ ਹੋਣਾ ਚਾਹੀਦਾ ਹੈ। ਕਹਿੰਦੇ ਭਾਈ ਭਗਤੂ ਦਾ ਪੁੱਤਰ ਭਾਈ ਜੀਵਨ ਉਹ ਸਭ ਤੋਂ ਪਿੱਛੇ ਬੈਠਿਆ ਹੋਇਆ। ਭਾਈ ਭਗਤੂ ਹੋਇਆ ਜਿਹਦਾ ਇਤਿਹਾਸ ਤੁਸੀਂ ਵਾਚਿਆ। ਭਾਈ ਭਗਤੂ ਦਾ ਪੁੱਤਰ ਭਾਈ ਜੀਵਨ ਪਿੱਛੇ ਬੈਠਿਆ ਤੇ ਮਨ ਵਿੱਚ ਸਰਦਾ ਕੀ ਜਾਗੀ ਹੈ। ਮਹਾਰਾਜ ਦੇ 2 ਬਚਨ ਹੋ ਗਏ, ਜੇ ਤੀਜੀ ਵਾਰੀ ਵੀ ਕੋਈ ਨਾ ਉੱਠਿਆ ਤੇ ਇਹ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਲਈ, ਸਿੱਖ ਪੰਥ ਲਈ, ਸਾਡੇ ਲਈ, ਸਾਰਿਆਂ ਲਈ ਇਹ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ। ਦੇਖਿਓ ਕਿੱਥੇ ਜੀਵਨ ਚਲਾ ਗਿਆ ਗੁਰੂ ਪਿਆਰਿਓ, ਪਿੱਛੇ ਬੈਠਿਆ ਸਾਰਿਆਂ ਤੋਂ। ਤਵਾਰੀਖ ਵਿੱਚ ਜੋ ਆਉਂਦਾ ਭਾਈ ਜੀਵਨ ਕਹਿੰਦਾ ਜੇ ਮਹਾਰਾਜ ਨੇ ਤੀਜਾ ਬਚਨ ਕਰਤਾ ਕੋਈ ਉੱਠਿਆ ਨਾ, ਇਹ ਬਹੁਤ ਮਾੜੀ ਗੱਲ ਹੋ ਜਾਏ। ਮਹਾਰਾਜ ਕਹਿੰਦੇ ਜੇ ਕੋਈ ਦੂਜੀ ਵਾਰੀ ਜਦੋਂ ਬਚਨ ਕਰਦਾ ਕੋਈ ਜਿਉਂਦਾ ਕਰਨਾ ਚਾਹੁੰਦਾ ਸਰੀਰ ਤਿਆਗ ਦੇ। ਕਹਿੰਦੇ ਭਾਈ ਜੀਵਨ ਉੱਠਿਆ, ਪਿੱਛੇ ਦੇ ਰਸਤੇ ਤੋਂ ਉੱਠ ਕੇ ਜਾ ਕੇ ਇਸ਼ਨਾਨ ਕੀਤਾ, ਕਿਉਂਕਿ ਗੁਰਮੁਖਾਂ ਦੇ ਵਿੱਚ ਇਹ ਵਡਿਆਈ ਹੈ। ਇਸ਼ਨਾਨ ਕੀਤਾ, ਧਰਤੀ ਤੇ ਲੰਮੇ ਪੈ ਗਿਆ। ਤਵਾਰੀਖ ਵਿੱਚ ਆਉਂਦਾ ਜਪਜੀ ਸਾਹਿਬ ਦਾ ਪਾਠ ਕੀਤਾ। ਜਿਸ ਜਪਜੀ ਸਾਹਿਬ ਦੀ ਵਡਿਆਈ ਤੁਸੀਂ ਸੁਣਨ ਆਏ ਹੋ ਨਾ, ਇਹ ਜਪਜੀ ਸਾਹਿਬ ਦਾ ਭਾਈ ਜੀਵਨ ਨੇ ਪਾਠ ਕੀਤਾ ਤੇ ਸਰੀਰ ਤਿਆਗ ਦਿੱਤਾ। ਅੱਜ ਕੋਈ ਸਰੀਰ ਤਿਆਗਣਾ ਹੋਵੇ ਨਾ, ਬੜੇ ਕੁਝ ਕਰਨਾ ਪੈਂਦਾ, ਫਾਂਸੀ ਲਗਾਉਣੀ ਪੈਣੀ, ਗੋਲੀ ਮਾਰਨੀ ਪੈਂਦੀ ਹੈ, ਪਰ ਗੁਰਮੁਖਾਂ ਵਿੱਚ ਇਹ ਵਡਿਆਈ ਹੁੰਦੀ ਹੈ। ਉਹ ਜਦ ਮਰਜ਼ੀ ਆਪਣਾ ਸਰੀਰ ਤਿਆਗ ਸਕਦੇ ਆ, ਕੋਈ ਔਖਾ ਨਹੀਂ। ਭਾਈ ਜੀਵਨ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਜਿਨੀ ਨਾਮ ਧਿਆਇਆ ਪੜੋ ਸਾਰੇ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਸਰੀਰ ਤਿਆਗ ਦਿੱਤਾ। ਜਿਵੇਂ ਸਰੀਰ ਤਿਆਗਿਆ, ਮਹਾਰਾਜ ਦੇ ਕੋਲ ਪਈ ਬਾਹਮਣ ਦੇ ਬੇਟੇ ਦੀ ਲਾਸ਼ ਜਿਉਂਦੀ ਹੋ ਗਈ, ਜਿਉਂਦਾ ਹੋ ਗਿਆ। ਹੁਣ ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਕਹਿੰਦੇ ਕੌਣ ਹੈ ਜਿਨੇ ਆਪਣਾ ਸਰੀਰ ਤਿਆਗ ਦਿੱਤਾ ਸਾਡੇ ਬਚਨਾਂ ਲਈ। ਬਚਨਾਂ ਲਈ ਮੈਂ ਬੇਨਤੀ ਕਰਾਂ, ਅੱਜ ਦਾ ਬਚਨ ਆਰੰਭਤਾ ਹੀ ਹੋਇਆ ਕਿ ਮੰਨੇ ਕੀ ਗਤ ਕਹੀ ਨਾ ਜਾਏ। ਗੁਰੂ ਹਰਿਰਾਏ ਸਾਹਿਬ ਕਹਿੰਦੇ ਕੌਣ ਹੈ ਭਾਈ, ਕੌਣ ਉੱਠ ਕੇ ਗਿਆ, ਕਿੰਨੇ ਸਰੀਰ ਤਿਆਗਿਆ। ਸਾਰਿਆਂ ਨੇ ਪੁੱਛਿਆ, ਕੋਈ ਨਹੀਂ ਉੱਠਿਆ, ਕਿਸੇ ਨੇ ਨਹੀਂ ਦੱਸਿਆ ਕੌਣ ਹੈ। ਪਹਿਰੇਦਾਰ ਨੂੰ ਪੁੱਛਿਆ, ਜਿਹੜਾ ਪਹਿਰੇਦਾਰ ਸੀ। ਮਹਾਰਾਜ ਕਹਿੰਦੇ ਕੋਈ ਗਿਆ ਉੱਠ ਕੇ? ਕਹਿੰਦੇ ਹਾਂ ਮਹਾਰਾਜ, ਭਾਈ ਭਗਤੂ ਦਾ ਬੇਟਾ ਭਾਈ ਜੀਵਨ ਗਿਆ। ਆਖੋ ਸਤਨਾਮ। ਜਦੋਂ ਇਹ ਬਚਨ ਕੀਤੇ ਨਾ, ਮਹਾਰਾਜ ਕਹਿੰਦੇ ਬਾਹਮਣ ਤੇਰਾ ਪੁੱਤਰ ਜਿਉਣ ਵਾਸਤੇ ਮੇਰਾ ਪੁੱਤਰ ਚਲੇ ਗਿਆ। ਮਹਾਰਾਜ ਪਿਆਰ ਏਡਾ ਕਰਦੇ ਆ ਨਾ, ਆ ਸਾਡੇ ਅੰਦਰ ਤੇ ਪਿਆਰ ਵਾਲੀ ਗੱਲ ਹੀ ਕੋਈ ਨਹੀਂ, ਸੱਚਾਈ ਹੈ। ਸਾਨੂੰ ਤਾਂ ਪਿਆਰ ਹੈ ਮਾਇਆ ਨਾਲ, ਪਦਾਰਥਾਂ ਨਾਲ, ਵੱਡੇ ਵੱਡੇ ਮਹਿੰਗੇ ਘਰਾਂ ਦੇ ਨਾਲ ਪਿਆਰ ਹੈ, ਸਾਡਾ ਪਿਆਰ ਨਹੀਂ ਕੋਈ ਗੁਰੂ ਪਿਆਰਿਓ। ਗੁਰੂ ਸਾਹਿਬ ਕਹਿੰਦੇ ਬਾਹਮਣ ਨੂੰ, ਬਾਹਮਣ ਤੇਰਾ ਪੁੱਤਰ ਤਾਂ ਜਿਉਂਦਾ ਹੋ ਗਿਆ, ਪਰ ਮੇਰਾ ਪੁੱਤਰ ਚੜ੍ਹਾਈ ਕਰ ਗਿਆ। ਕਹਿੰਦੇ ਉਹਨੇ ਮੇਰੇ ਬਚਨਾਂ ਨੂੰ ਮੰਨਦਿਆਂ ਹੋਇਆ, ਮੇਰਾ ਬਚਨ ਤੀਜਾ ਨਾ ਕਿਤੇ ਮੈਂ ਕਹਿ ਦਵਾਂ, ਉਸ ਬਚਨ ਨੂੰ ਮੰਨਿਆ ਹੋਇਆ ਸਰੀਰ ਛੱਡ ਦਿੱਤਾ। ਮਹਾਰਾਜ ਕਹਿੰਦੇ ਭਾਈ ਇਹ ਪਿਆਰ ਹੈ ਗੁਰੂ ਕੇ ਸਿੱਖ ਦਾ ਗੁਰੂ ਲਈ। ਪਰ ਮਹਾਰਾਜ ਉੱਥੇ ਬਚਨ ਕਰਦੇ ਆ, ਦੇਖੋ ਇਹ ਬਚਨ ਹੈ ਤਵਾਰੀਖ ਵਿੱਚ ਆਉਂਦਾ ਹੈ। ਮਹਾਰਾਜ ਕਹਿੰਦੇ ਅੱਜ ਤੱਕ ਪਿਛਲੇ ਗੁਰੂ ਸਾਹਿਬਾਨਾਂ ਨੇ 21 ਕੁਲਾਂ ਤਾਰੀਆਂ ਨੇ। ਬੜੇ ਭਾਈ ਪਾਰੋ ਬਹੁਤ ਗੁਰੂ ਕੇ ਸਿੱਖ ਹੋਏ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ, ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ, ਬਾਬਾ ਬਿਧੀ ਚੰਦ ਜੀ, ਭਾਈ ਪਾਰੋ ਜੀ, ਭਾਈ ਹਿੰਮਾ ਜੀ, ਭਾਈ ਮੁਗਲੂ ਜੀ ਬੜੇ ਹੋਏ। ਮਹਾਰਾਜ ਕਹਿੰਦੇ ਅੱਜ ਤੱਕ ਗੁਰੂ ਸਾਹਿਬਾਨਾਂ ਨੇ 21 ਕੁਲਾਂ ਤਾਰੀਆਂ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ 42 ਕੁਲਾਂ ਦਾ ਜ਼ਿਕਰ ਕੀਤਾ। ਮਹਾਰਾਜ ਖੁਸ਼ ਹੋ ਗਏ ਸੀ ਗੁਰੂ ਅਮਰਦਾਸ, ਕਹਿੰਦੇ ਜਾ ਤੇਰੀਆਂ 42 ਕੁਲਾਂ ਤਾਰ ਦਿੱਤੀਆਂ। ਪਰ ਅੱਜ ਗੁਰੂ ਹਰਿਰਾਏ ਸਾਹਿਬ ਉੱਠਿਆ, ਕਹਿੰਦੇ ਸਾਡੇ ਬਚਨ ਮੰਨਿਆ ਗੁਰੂ ਕੇ ਸਿੱਖ ਨੇ, ਕਹਿੰਦੇ ਜਾ ਤੇਰੀਆਂ ਸਾਰੀਆਂ ਕੁੱਲਾਂ ਤਾਰ ਦਿੱਤੀਆਂ। ਆਖੋ ਸਤਨਾਮ। ਸਾਰੀਆਂ ਕੁੱਲਾਂ, ਕੋਈ ਗਿਣਤੀ ਨਹੀਂ। ਗੁਰੂ ਹਰਿਰਾਏ ਸਾਹਿਬ ਕਹਿੰਦੇ ਜਾ ਭਾਈ ਤੇਰੀਆਂ ਸਾਰੀਆਂ ਕੁੱਲਾਂ ਤਾਰੀਆਂ ਨੇ। ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਗੁਰੂ ਪਿਆਰਿਓ। ਅੱਜ ਦਾ ਪਾਵਨ ਜੋ ਪੌੜੀ ਹੈ, ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਨੇ, ਜਿਨੇ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਲਿਆ, ਉਹਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ। ਤੇ ਜਿਹੜਾ ਬਿਆਨ ਕਰੇਗਾ ਉਹ ਮਨ ਵਿੱਚ ਪਛਤਾਵੇ ਤੋਂ ਬਿਨਾ ਕੁਝ ਹੋਰ ਕਰ ਨਹੀਂ ਸਕਦਾ। ਸਤਿਗੁਰੂ ਅਗਲਾ ਬਚਨ, ਕਾਗਦ ਕਲਮ ਨਾਲ ਲਿਖਣ ਹਾਰ। ਕੋਈ ਕਵੇ ਜਿਵੇਂ ਹੁਣ ਬਿਆਨ ਤੇ ਨਹੀਂ ਕਰ ਸਕਦਾ ਉਹਦੀ ਮਹਿਮਾ। ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਇੱਕ ਪਾਸੇ ਆ ਜੇ ਕਿ ਮਹਾਰਾਜ ਰਸਨਾ ਤੋਂ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਲਿਖੀ ਤੇ ਜਾ ਸਕਦੀ ਹੈ ਨਾ।
ਤੇ ਕਬੀਰ ਸਾਹਿਬ ਦਾ ਬਚਨ, ਕਬੀਰ ਸਾਥ ਸਮੁੰਦਰ ਮਸ ਕਰੋ ਕਲਮ ਕਰੋ ਬਦਨਾਏ। ਕਹਿੰਦੇ ਕੋਈ 7 ਸਮੁੰਦਰਾਂ ਦੀ ਸਿਆਹੀ ਇਕੱਠੀ ਕਰ ਲੇ, ਕੋਈ ਸਾਰੇ ਜਗਤ ਦੀ ਸੰਸਾਰ ਦੀ ਲਖਣਾਂ ਦੀ ਕਲਮ ਬਣਾ ਲੇ, ਪਰ ਫਿਰ ਵੀ ਪਿਆਰਿਓ ਉਸ ਪਰਮਾਤਮਾ ਦੀ ਤੇ ਪਰਮਾਤਮਾ ਦੇ ਹੁਕਮ ਮੰਨਣ ਦੀ ਵਡਿਆਈ ਲਿਖੀ ਨਹੀਂ ਜਾ ਸਕਦੀ। ਕਾਗਜ਼ ਕਲਮ ਨਾ ਲਿਖਣ, ਹਾਂ ਲਿਖੀ ਵੀ ਨਹੀਂ ਜਾ ਸਕਦੀ। ਸਤਿਗੁਰ ਕਹਿੰਦੇ ਮੰਨੇ ਕਾ ਬੈ ਕਰਨ ਵਿਚਾਰ, ਕੇਵਲ ਉਹਦਾ ਅੰਦਾਜ਼ਾ ਲਗਾ ਸਕਦੇ ਆ, ਭਾਵ ਉਹਦੀ ਵਿਚਾਰ ਕਰ ਸਕਦੇ ਆ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ, ਮਨ ਕੋ ਐਸਾ ਉਹ ਨਿਰੰਜਨ ਪਰਮੇਸ਼ਰ ਦੇ ਨਾਮ ਨੂੰ ਕਿਹਾ ਜਿਹੜਾ ਕਾਲਕ ਤੋਂ ਰਹਿਤ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ। ਗੁਰੂ ਪਿਆਰਿਓ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਮਹਾਰਾਜ ਕਹਿੰਦੇ ਜਿਹਨੂੰ ਇਹ ਗੱਲ ਸਮਝ ਆ ਜਾਂਦੀ ਹੈ, ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ, ਸਤਿਗੁਰ ਕਹਿੰਦੇ ਜੇ ਇੱਥੇ ਸ਼ਰਤ ਲੱਗੀ ਹੈ, ਕੰਡੀਸ਼ਨ ਲਗਾ ਦਿੱਤੀ, ਜੇ ਕੋ ਮਨ ਜਾਣੈ ਮਨ ਕੋਏ। ਅਸੀਂ ਹੁਣ ਕਈ ਵਾਰੀ ਨਾ ਪਾਠ ਇਕੱਠਾ ਹੀ ਕਰ ਜਾਂਦੇ ਆ, ਇੱਕੋ ਜਿਹਾ ਪਾਠ ਕਰਦੇ ਆ, ਪਹਿਲਾ ਵੀ ਮਨ ਦੂਜਾ ਵੀ ਮਨ। ਇਹ ਬੜੀ ਡੂੰਗੀ ਵਿਚਾਰ ਹੈ, ਫਿਰ ਦੀਵਾਨਾਂ ਵਿੱਚ ਆਪ ਜੀ ਨਾਲ ਵਿਚਾਰ ਕਰਾਂਗਾ। ਪਹਿਲੀ ਟਿੱਪੀ ਤੇ ਮਨ ਹੈ, ਜੇ ਕੋਈ ਮਨ ਕਰਕੇ ਮੰਨ ਲਵੇ, ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਕਹਿੰਦੇ ਜਿਹੜਾ ਆਪਣੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ, ਪ੍ਰਮਾਤਮਾ ਦੀ ਪ੍ਰੀਤ ਨੂੰ ਹਿਰਦੇ ਵਿੱਚ ਵਸਾ ਲੈਂਦਾ, ਗੁਰੂ ਪਿਆਰਿਓ ਉਹਦੀ ਮਹਿਮਾ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਅੱਜ ਦੀ ਪਾਵਨ ਪੌੜੀ ਦੀ ਵਿਚਾਰ ਗੁਰੂ ਸਾਹਿਬ ਨੇ ਆਪ ਕਰਾਉਣਾ ਕੀਤੀ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਦਾ, ਸੱਚੇ ਪਾਤਸ਼ਾਹ ਕਿਰਪਾ ਕਰਨ। ਗਾਵਿਆ ਸੁਣਿਆ ਥਾਏ ਪਾ ਕਰਕੇ ਮਹਾਰਾਜ ਜੀ ਕੋਈ ਅਰਦਾਸ ਹੈ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ। ਗੁਰੂ ਨਾਨਕ ਸਾਹਿਬ ਕਿਰਪਾ ਕਰੋ। ਗਾਵਿਆ ਸੁਣਿਆ ਥਾਏ ਪਾ ਕਰਕੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਵਿੱਚ ਵੱਧ ਚੜ ਕੇ ਕਥਾ ਦੀ ਦਾਤ ਬਖਸ਼ਿਸ਼ ਕਰਕੇ ਆਪਣੀ ਵਡਿਆਈ ਕਰਨ ਤੇ ਸੁਣਨ ਦੀ ਦਾਤ ਬਖਸ਼ਣਾ ਕਰੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਗੁਰੂ ਰੂਪ ਗੁਰੂ ਖਾਲਸਾ ਜੀ ਬੜੇ ਪਿਆਰ ਸਹਿਤ ਆਪਾਂ ਆਓ ਆਨੰਦ ਸਾਹਿਬ ਜੀ ਕੇ ਜਾਪ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਉੱਚੀ ਆਵਾਜ਼ ਵਿੱਚ ਕਰੋ।